TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਜਿਨ੍ਹਾਂ ਖਬਰਾਂ ਨੂੰ ਆਧਾਰ ਬਣਾ ਕੇ ਅੱਜ ਗੱਲਬਾਤ ਕੀਤੀ ਜਾਣੀ ਹੈ, ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹ ਤੁਹਾਡੇ ਨਾਲ ਸਾਂਝੀਆਂ ਕਰਾਂ। ਵਰਕ ਵੀਜ਼ਾ ਤੇ ਅਮਰੀਕਾ ਜਾਣ ਵਾਲਿਆਂ ਲਈ ਖੁਸ਼ਖਬਰੀ। ਸੁਪਰੀਮ ਕੋਰਟ ਦੇ ਜੱਜ ਨੇ ਪ੍ਰਧਾਨ ਮੰਤਰੀ ਦੀ ਕੀਤੀ ਰੱਜ ਕੇ ਸ਼ਲਾਘਾ। ਪ੍ਰਧਾਨ ਮੰਤਰੀ ਦੇ ਬਿਆਨ ਤੇ ਸ਼ਿਵ ਸੈਨਾ ਨੇ ਕੀਤਾ ਪਲਟਵਾਰ। ਨੌਦੀਪ ਦੀ ਰਿਹਾਈ ਲਈ ਮਨਜੀਤ ਸਿੰਘ ਜੀਕੇ ਨੇ ਵਿੱਢੀ ਮੁਹਿੰਮ। ਚੱਕਾ ਜਾਮ ਸਫਲ ਰਹਿਣ ਤੋਂ ਬਾਅਦ ਕਿਸਾਨ ਆਗੂਆਂ ਨੇ ਦਿੱਤਾ ਵੱਡਾ ਬਿਆਨ। ਟਕੈਤ ਨੇ ਕੇਂਦਰ ਸਰਕਾਰ ਨੂੰ ਦਿੱਤਾ ਅਲਟੀਮੇਟਮ। ਸੰਯੁਕਤ ਕਿਸਾਨ ਮੋਰਚੇ ਦੇ 2 ਆਗੂ ਮੁਅੱਤਲ ਅਤੇ ਪੰਜਾਬ ਦੀ ਇੱਕ ਧੀ ਨੇ ਮਾਪਿਆਂ ਦਾ ਮਾਣ ਨਾਲ ਸਿਰ ਕੀਤਾ ਉੱਚਾ। ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਅੱਜ ਦੇ ਪ੍ਰੋਗਰਾਮ ਦੌਰਾਨ ਤੁਹਾਡੇ ਨਾਲ ਗੱਲਬਾਤ ਕਰਾਂਗਾ। ਇਹਦੇ ਤੋਂ ਪਹਿਲਾਂ ਕਿ ਇਕੱਲੀ ਖਬਰ ਦੀ ਸਾਰ ਲੈ ਲਵਾਂ, ਉਹਦੇ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਨੱਪ ਲੈਣੀ। ਤੇ ਆਓ ਹੁਣ ਖਬਰਾਂ ਵੱਲ ਨੂੰ ਤੁਰੀਏ। ਸਭ ਤੋਂ ਪਹਿਲੀ ਵੱਡੀ ਤੇ ਪੋਜ਼ਿਟਿਵ ਖਬਰ ਆਖੀ ਜਾ ਸਕਦੀ ਹੈ। ਕੋਈ ਵੇਲਾ ਸੀ ਜਦੋਂ ਧੀ ਤੇ ਪੁੱਤ ਦੇ ਦਰਮਿਆਨ ਲੋਕ ਬਹੁਤ ਵੱਡਾ ਫਰਕ ਸਮਝਦੇ ਸਨ। ਗੁਰੂ ਨਾਨਕ ਦੇਵ ਜੀ ਨੇ ਵੀ ਆਖਿਆ ਸੀ ਕਿ ਸੋ ਕਿਉ ਮੰਦਾ ਆਖੀ ਹੈ ਜਿਤ ਜੰਮੈ ਰਾਜਾਨ। ਗੁਰੂ ਨਾਨਕ ਦੇਵ ਜੀ ਦੇ ਇਸ ਕਥਨ ਨੂੰ ਵੀ ਬਹੁਤ ਸਾਰੇ ਲੋਕਾਂ ਨੇ ਤਾਂ ਆਪਣੇ ਦਿਲ ਦੇ ਵਿੱਚ, ਹਿਰਦੇ ਵਿੱਚ ਵਸਾ ਲਿਆ, ਪਰ ਫਿਰ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ, ਖਾਸ ਕਰਕੇ 21ਵੀਂ ਸਦੀ ਵਿੱਚ ਅਸੀਂ ਦੇਖਦੇ ਸੀ ਕਿ ਪੁੱਤ ਤੇ ਧੀ ਦੇ ਦਰਮਿਆਨ ਵੱਡਾ ਪਾੜਾ। ਬਹੁਤ ਸਾਰੀਆਂ ਧੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਕੁੱਖ ਵਿੱਚ ਕਤਲ ਕਰ ਦਿੱਤਾ ਜਾਂਦਾ। ਇੱਕ ਦਿਨ ਮੈਂ ਇੱਕ ਕਹਾਣੀ ਸੰਸਾਰ ਵਿੱਚ ਵੀ ਪਈ ਹੈ, ਜੇ ਇਹ ਧੀ ਨਾ ਜੰਮਦੀ ਤਾਂ ਫਿਰ ਜੱਜ ਕੌਣ ਬਣਦਾ। ਉਹ ਇੱਕ ਕਹਾਣੀ ਸੀ, ਪਰ ਆ ਇੱਕ ਸੱਚੀ ਖਬਰ ਹੈ। ਕਹਿੰਦੇ ਐ ਸਿਆਣੇ ਕਿ ਜੇਕਰ ਹੌਸਲੇ ਬੁਲੰਦ ਹੋਣ ਤਾਂ ਇੱਕ ਦਿਨ ਮੰਜ਼ਿਲ ਤੁਹਾਡੇ ਕਦਮ ਚੁੰਮਦੀ ਹੈ। ਕਈ ਵਾਰੀ ਅਸੀਂ ਜਾਂਦੇ ਹਾਂ, ਸਾਬਤ ਕਦਮੀ ਜਾਂਦੇ ਹਾਂ, ਪਰ ਮੰਜ਼ਿਲ ਨੇੜੇ ਹੁੰਦੀ ਹੈ, ਸੋਚਦੇ ਨਹੀਂ ਬਸ ਮੰਜ਼ਿਲ ਤੋਂ ਇੱਕ ਕਦਮ ਪਿੱਛੇ ਅਸੀਂ ਵਾਪਸੀ ਕਰ ਲੈਂਦੇ ਹਾਂ। ਪਰ ਜੇਕਰ ਹੌਸਲੇ ਬੁਲੰਦ ਹੋਣ ਫਿਰ ਮੰਜ਼ਿਲਾਂ ਸਫਲਤਾ ਕਦਮ ਚੁੰਮ ਲੈਂਦੀਆਂ ਨੇ। ਤੇ ਇਸੇ ਹੀ ਕਹਾਵਤ ਨੂੰ ਸੱਚ ਕਰ ਵਿਖਾਇਆ ਹੁਸ਼ਿਆਰਪੁਰ ਸ਼ਹਿਰ ਦੇ ਇਸਲਾਮਾਬਾਦ ਮੁਹੱਲੇ ਦੀ ਰਹਿਣ ਵਾਲੀ ਭਾਵਨਾ ਭਾਰਤੀ ਨੇ। ਭਾਵਨਾ ਜੱਜ ਬਣ ਗਈ ਹੈ, ਪੂਰੇ ਪੰਜਾਬ ਦਾ ਜਿੱਥੇ ਨਾਮ ਰੌਸ਼ਨ ਕਰ ਦਿੱਤਾ ਹੈ। ਤੇ ਭਾਵਨਾ ਨੇ ਆਪਣੇ ਮਾਪਿਆਂ ਦੀਆਂ ਭਾਵਨਾਵਾਂ ਦਾ ਵੀ ਸਤਿਕਾਰ ਕੀਤਾ ਹੈ ਅਤੇ ਮਾਂ-ਬਾਪ ਦਾ ਨਾਮ ਵੀ ਰੌਸ਼ਨ ਕਰ ਦਿੱਤਾ ਹੈ। ਸਕੂਲੀ ਜੀਵਨ ਦੇ ਵਿੱਚ ਬਾਕਸਿੰਗ ਖੇਤਰ ਦੇ ਵਿੱਚ ਡਾਢੀ ਦਿਲਚਸਪੀ ਰੱਖਦੀ ਸੀ ਭਾਵਨਾ। ਬਚਪਨ ਤੋਂ ਹੀ ਜੱਜ ਬਣਨ ਦੀ ਇੱਛਾ ਵੀ ਰੱਖਦੀ ਸੀ ਭਾਵਨਾ। ਹੁਣ ਤੁਸੀਂ ਦੇਖੋ ਕਿ ਆਪਣੀ ਪਹਿਲੀ ਕੋਸ਼ਿਸ਼ ਦੇ ਵਿੱਚ ਹੀ ਸਿਰਫ PCS ਜੁਡੀਸ਼ੀਅਲ ਪ੍ਰੀਖਿਆ ਕਲੀਅਰ ਕਰਕੇ ਜੱਜ ਬਣ ਗਈ ਹੈ। ਇਹ ਕਿੱਡੀ ਵੱਡੀ ਪ੍ਰਾਪਤੀ ਹੈ। ਭਾਵਨਾ ਦੇ ਪਿਤਾ ਮੋਤੀ ਲਾਲ ਜਿੱਥੇ ਲੋਕ ਨਿਰਮਾਣ ਮਹਿਕਮੇ ਦੇ ਵਿੱਚ ਸੁਪਰਡੈਂਟ ਨੇ, ਉੱਥੇ ਮਾਂ ਹਾਊਸ ਵਾਈਫ ਹੈ। ਹੁਣ ਤੁਸੀਂ ਦੇਖੋ ਕਿ ਮਾਂ-ਬਾਪ ਦਾ ਸੁਪਨਾ ਸੀ ਕਿ ਉਹਨਾਂ ਦੀ ਧੀ ਕੋਈ ਅਫਸਰ ਬਣੇ। ਹੁਣ ਹੁਸ਼ਿਆਰਪੁਰ ਦੇ ਵਿੱਚ ਰਹਿਣ ਵਾਲੀ ਭਾਵਨਾ ਜਦੋਂ ਜੱਜ ਬਣਨ ਦੀ ਖਬਰ ਗਲੀ ਮੁਹੱਲੇ ਫੈਲੀ ਤੇ ਲੋਕ ਵਧਾਈਆਂ ਦੇਣ ਦੇ ਵਾਸਤੇ ਉਹਨਾਂ ਦੇ ਘਰ ਪਹੁੰਚਣ ਲੱਗੇ, ਘਰ ਦੇ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਮਾਂ-ਬਾਪ ਦੇ ਨਾਲ ਭਾਵਨਾ ਭਾਰਤੀ ਦਾ ਵੱਡਾ ਭਰਾ ਯੁਵਰਾਜ ਭਾਰਤੀ, ਛੋਟੀ ਭੈਣ ਅੰਜਲੀ ਭਾਰਤੀ ਆਪਣੀ ਇਸ ਭੈਣ ਦੀ ਸਫਲਤਾ ਤੋਂ ਬੇਹੱਦ ਖੁਸ਼ ਨੇ। ਭਾਵਨਾ ਨੇ ਦੱਸਿਆ ਕਿ ਉਸਦੇ ਮਾਂ-ਬਾਪ ਚਾਹੁੰਦੇ ਸੀ ਕਿ ਉਹਨਾਂ ਦੀ ਧੀ ਕਿਸੇ ਮਹਿਕਮੇ ਦੇ ਵਿੱਚ ਅਫਸਰ ਬਣੇ, ਪਰ ਮੈਨੂੰ ਬਚਪਨ ਤੋਂ ਹੀ ਕਾਨੂੰਨ ਦੀਆਂ ਕਿਤਾਬਾਂ ਦੇ ਵਿੱਚ ਦਿਲਚਸਪੀ ਸੀ ਅਤੇ ਮੈਂ ਮਨ ਦੇ ਵਿੱਚ ਧਾਰ ਲਿਆ ਸੀ, ਮਨ ਬਣਾ ਲਿਆ ਸੀ ਕਿ ਇੱਕ ਨਾ ਇੱਕ ਦਿਨ ਮੈਂ ਆਪਣਾ ਸੁਪਨਾ ਸਾਕਾਰ ਕਰਨਾ ਤੇ ਜੱਜ ਬਣਾਂਗੀ। ਤੁਸੀਂ ਦੇਖੋ ਕਿ ਪਰਮਾਤਮਾ ਨੇ ਨਦਰ ਸਵੱਲੀ ਕੀਤੀ, ਮਾਪਿਆਂ ਦੇ ਸੁਪਨੇ ਸਾਕਾਰ ਕੀਤੇ ਤੇ ਆਪਣੇ ਮਨ ਦੇ ਅੰਦਰ ਜਿਹੜਾ ਬੀਜ ਬੀਜਿਆ ਉਹ ਇਸ ਵਕਤ ਉਹਨੇ ਦਿਖਾ ਦਿੱਤਾ ਕਿ ਉਹਨੂੰ ਫਲ ਲੱਗ ਗਿਆ। ਉਹਨੇ ਜਿੱਥੇ ਮਾਪਿਆਂ ਦਾ, ਆਪਣੇ ਅਧਿਆਪਕਾਂ ਦਾ ਧੰਨਵਾਦ ਕੀਤਾ ਤੇ ਉੱਥੇ ਰੱਬ ਦਾ ਧੰਨਵਾਦ ਕਰਨਾ ਭਾਵਨਾ ਭਾਰਤੀ ਨਹੀਂ ਭੁੱਲੀ। ਕਾਸ਼ ਹਰ ਇੱਕ ਘਰ ਦੇ ਵਿੱਚ ਇਸ ਤਰ੍ਹਾਂ ਦੇ ਬੱਚੇ ਜਨਮ ਲੈਣ, ਭਾਵੇਂ ਉਹ ਧੀ ਹੋਵੇ ਭਾਵੇਂ ਪੁੱਤ ਹੋਵੇ। ਅਗਲੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਬੀਤਾ ਜਿਹੜਾ ਟਰੰਪ ਪ੍ਰਸ਼ਾਸਨ ਸੀ ਅਮਰੀਕਾ ਦੇ ਵਿੱਚ, ਉਹਨੇ ਇਮੀਗ੍ਰੇਸ਼ਨ ਨੀਤੀਆਂ ਕਾਫੀ ਟਾਈਟ ਕਰ ਦਿੱਤੀਆਂ ਸਨ, ਸਖਤੀ ਅਪਣਾ ਦਿੱਤੀ ਸੀ। ਚੋਣਾਂ ਜਿੱਤਣ ਤੋਂ ਪਹਿਲਾਂ ਵੀ ਤੇ ਚੋਣਾਂ ਜਿੱਤਣ ਤੋਂ ਬਾਅਦ ਵੀ ਮੈਕਸੀਕੋ ਵਾਲੇ ਪਾਸੇ ਕੰਧ ਬਣਾਉਣ ਦੀਆਂ ਖਬਰਾਂ ਤੁਸੀਂ ਅਕਸਰ ਸੁਣਦੇ ਸੀ। ਪਰ ਚੋਣਾਂ ਤੋਂ ਪਹਿਲਾਂ ਜਿਹੜੀਆਂ ਪਿਛਲੇ ਸਾਲ ਨਵੰਬਰ ਮਹੀਨੇ ਹੋਈਆਂ ਸੀ,
ਬਾਈਡਨ ਨੇ ਆਖ ਦਿੱਤਾ ਸੀ ਕਿ ਜੇਕਰ ਅਸੀਂ ਸੱਤਾ ਵਿੱਚ ਆਏ ਤਾਂ ਇਹ ਸਭ ਕੁਝ ਪਲਟ ਦਿਆਂਗਾ। ਲਗਭਗ ਇਸੇ ਤਰ੍ਹਾਂ ਦੀ ਖਬਰ ਹੈ ਕਿ H-1B ਵੀਜ਼ਾ ਅਰਜ਼ੀਆਂ ਦੀ ਅਗਲੇ ਵਿੱਤੀ ਵਰ੍ਹੇ ਭਾਵ 2022 ਦੇ ਵਾਸਤੇ ਰਜਿਸਟ੍ਰੇਸ਼ਨ ਇਹ ਪ੍ਰਕਿਰਿਆ 9 ਮਾਰਚ ਤੋਂ ਸ਼ੁਰੂ ਕਰ ਦਿੱਤੀ ਜਾਣੀ ਹੈ ਅਤੇ ਇਹ 9 ਮਾਰਚ ਤੋਂ ਲੈ ਕੇ 25 ਮਾਰਚ ਤੱਕ ਚੱਲੇਗੀ ਤੇ ਕੰਪਿਊਟਰ ਦੇ ਨਾਲ ਡਰਾ ਕੱਢੇ ਜਾਣਗੇ। ਡਰਾ ਤੋਂ ਬਾਅਦ ਸਫਲ ਉਮੀਦਵਾਰਾਂ ਬਾਰੇ 31 ਮਾਰਚ ਤੱਕ ਦੱਸ ਵੀ ਦਿੱਤਾ ਜਾਏਗਾ। ਫੈਡਰਲ ਏਜੰਸੀ ਹੈ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼, ਉਹਨਾਂ ਨੇ ਦੱਸਿਆ ਕਿ ਰਵਾਇਤੀ ਲੋਟਰੀ ਪ੍ਰਣਾਲੀ ਦੇ ਤਹਿਤ ਇਹ ਵਰਕ ਵੀਜ਼ਾ ਵਿਦੇਸ਼ੀ ਪੇਸ਼ੇਵਰਾਂ ਨੂੰ ਦਿੱਤਾ ਜਾਏਗਾ। ਦੱਸਣਾ ਬਣਦਾ ਕਿ ਬਾਈਡਨ ਪ੍ਰਸ਼ਾਸਨ ਨੇ ਟਰੰਪ ਸਰਕਾਰ ਦੀ H-1B ਵੀਜ਼ਾ ਨਾਲ ਜੁੜੀ ਜਿਹੜੀ ਪਾਲਿਸੀ ਨੂੰ ਲਾਗੂ ਕਰਨ ਦੇ ਅਮਲ ਤੇ ਰੋਕ ਲਗਾ ਦਿੱਤਾ ਸੀ ਅਤੇ ਬਾਈਡਨ ਦੇ ਪ੍ਰਸ਼ਾਸਨ ਨੇ ਕਿਹਾ ਸੀ ਕਿ ਵਿਦੇਸ਼ੀ ਨਾਗਰਿਕਾਂ ਲਈ ਵਰਕ ਵੀਜ਼ਾ ਹਾਸਲ ਕਰਨ ਦਾ ਲੋਟਰੀ ਪ੍ਰਬੰਧ 31 ਦਸੰਬਰ 2021 ਤੱਕ ਜਾਰੀ ਰਹੇਗਾ। ਬਾਈਡਨ ਪ੍ਰਸ਼ਾਸਨ ਦੀ ਇਸ ਪੇਸ਼ਕਦਮੀ ਨਾਲ ਇਮੀਗ੍ਰੇਸ਼ਨ ਏਜੰਸੀ ਨੂੰ ਰਜਿਸਟ੍ਰੇਸ਼ਨ ਪ੍ਰਬੰਧ ਵਿਚਲੀਆਂ ਤਰਮੀਮਾਂ, ਵਿਕਸਿਤ ਟੈਸਟ ਅਤੇ ਹੋਰ ਇਹਨਾਂ ਸਾਰੀਆਂ ਸਕੀਮਾਂ ਨੂੰ ਲਾਗੂ ਕਰਨ ਦੇ ਵਿੱਚ ਵੱਧ ਸਮਾਂ ਮਿਲੇਗਾ। ਅਗਲੀ ਖਬਰ ਹੈ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਸੁਪਰੀਮ ਕੋਰਟ ਦੇ ਇੱਕ ਜੱਜ ਦੇ ਨਾਲ ਜੁੜੀ ਖਬਰ ਹੈ। ਸੁਪਰੀਮ ਕੋਰਟ ਦੇ ਜਸਟਿਸ MR ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਹੁਤ ਪ੍ਰਸਿੱਧ, ਹਰਮਨ ਪਿਆਰਾ, ਜਿੰਦਾ ਦਿਲ, ਦੂਰ ਅੰਦੇਸ਼ ਆਗੂ ਦੱਸਿਆ। ਅਸਲ ਦੇ ਵਿੱਚ ਗੁਜਰਾਤ ਹਾਈ ਕੋਰਟ ਦੀ ਡਾਇਮੰਡ ਜੁਬਲੀ ਮਨਾਈ ਜਾ ਰਹੀ ਸੀ। ਉਸ ਸੰਬੰਧੀ ਕਰਵਾਏ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਜਸਟਿਸ ਸ਼ਾਹ ਨੇ ਕਿਹਾ ਕਿ ਗੁਜਰਾਤ ਹਾਈ ਕੋਰਟ ਦੇ ਡਾਇਮੰਡ ਜੁਬਲੀ ਪ੍ਰੋਗਰਾਮ ਦੇ ਵਿੱਚ ਸਾਡੇ ਸਭ ਤੋਂ ਪ੍ਰਸਿੱਧ, ਹਰਮਨ ਪਿਆਰੇ, ਫੁਰਤੀਲੇ ਅਤੇ ਦੂਰ ਅੰਦੇਸ਼ ਆਗੂ ਪ੍ਰਧਾਨ ਮੰਤਰੀ ਮੋਦੀ ਦੀ ਮੌਜੂਦਗੀ ਵਿੱਚ ਹਿੱਸਾ ਲੈ ਕੇ ਉਹਨਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਮਾਨਯੋਗ ਜੱਜ ਸ਼ਾਹ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਗੁਜਰਾਤ ਹਾਈ ਕੋਰਟ ਨੇ ਕਦੇ ਵੀ ਲక్ష్మణ ਰੇਖਾ ਪਾਰ ਨਹੀਂ ਕੀਤੀ ਅਤੇ ਹਮੇਸ਼ਾ ਇਨਸਾਫ ਦਿੱਤਾ ਹੈ। ਬੀਤੇ ਵਰ੍ਹੇ ਜਸਟਿਸ ਅਰੁਣ ਮਿਸ਼ਰਾ ਵੱਲੋਂ ਇੱਕ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸ਼ੰਸਾ ਕੀਤੇ ਜਾਣ ਬਾਅਦ ਉਹ ਸਾਰਿਆਂ ਦੀਆਂ ਨਜ਼ਰਾਂ ਵਿੱਚ ਆ ਗਏ ਸਨ। ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਮਿਸ਼ਰਾ ਨੇ ਮੋਦੀ ਨੂੰ ਕੌਮਾਂਤਰੀ ਪੱਧਰ ਦੇ ਮੰਨੇ ਪਰਮੰਨੇ ਦੂਰ ਅੰਦੇਸ਼ ਆਗੂ ਦੱਸਿਆ ਸੀ। ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਹਾਈ ਕੋਰਟ ਦੇ 60 ਸਾਲ ਪੂਰੇ ਹੋਣ ਮੌਕੇ ਇੱਕ ਆਨਲਾਈਨ ਸਮਾਗਮ ਦੌਰਾਨ ਇੱਕ ਡਾਕ ਟਿਕਟ ਵੀ ਜਾਰੀ ਕੀਤੀ ਹੈ ਅਤੇ ਭਾਰਤ ਦੀ ਨਿਆਂਪਾਲਿਕਾ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਈ ਕੋਰਟ ਨੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਅਤੇ ਨਿੱਜੀ ਆਜ਼ਾਦੀ ਕਾਇਮ ਰੱਖਣ ਦੇ ਆਪਣੇ ਫਰਜ਼ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਹੈ। ਇੱਥੇ ਦੱਸਣਾ ਬਣਦਾ ਕਿ ਇੱਕ ਜੱਜ ਹੁੰਦੇ ਸਨ ਭਾਰਤ ਦੀ ਸੁਪਰੀਮ ਕੋਰਟ ਦੇ। ਰਿਟਾਇਰਮੈਂਟ ਤੋਂ ਕੁਝ ਦਿਨਾਂ ਬਾਅਦ ਉਹਨਾਂ ਨੂੰ ਰਾਜ ਸਭਾ ਦੀ ਗੱਦੀ ਮਿਲ ਗਈ ਸੀ। ਉਸ ਵਕਤ ਕਿਰਕਿਰੀ ਵੀ ਬਹੁਤ ਹੋਈ ਸੀ, ਪਰ ਦੋਵੇਂ ਪਾਸਿਆਂ ਤੋਂ ਖਬਰਾਂ ਆਈਆਂ ਸਨ। ਇੱਕ ਕਹਿੰਦੇ ਸੀ ਵੀ ਉਸ ਜੱਜ ਦੇ ਵਿੱਚ ਲਿਆਕਤ ਸੀ, ਉਸ ਜੱਜ ਦੀ ਯੋਗਤਾ ਸੀ ਕਿ ਉਹ ਰਾਜ ਸਭਾ ਦਾ ਮੈਂਬਰ ਬਣ ਗਿਆ। ਇਸ ਗੱਲ ਵਿੱਚ ਕੋਈ ਦੋ ਰਾਵਾ ਨਹੀਂ ਕਿ ਜਿਹੜਾ ਵਿਅਕਤੀ ਕਿਸੇ ਸੁਪਰੀਮ ਕੋਰਟ ਦਾ ਜੱਜ ਜਾਂ ਮੁੱਖ ਜੱਜ ਬਣਦਾ ਹੈ ਉਹਦੇ ਵਿੱਚ ਲਿਆਕਤ ਤਾਂ ਹੋਣੀ ਹੈ, ਉਹਦੇ ਵਿੱਚ ਕਾਬਲੀਅਤ ਤਾਂ ਹੋਣੀ ਹੈ। ਪਰ ਉਹਦੇ ਤੋਂ ਬਾਅਦ ਚਰਚਾ ਇੱਕ ਇਹ ਵੀ ਛਿੜੀ ਸੀ ਕਿ ਜਿਹੜਾ ਕਿਸੇ ਭਾਰਤੀ ਫੌਜ ਦਾ ਮੁਖੀ ਹੋਵੇ, ਕਿਤੇ DC ਹੋਵੇ ਜਾਂ ਜੱਜ ਹੋਵੇ, ਕੋਈ ਵੱਡਾ ਆਲਾ ਅਧਿਕਾਰੀ ਹੋਵੇ, ਉਹਨਾਂ ਦੇ ਉੱਤੇ ਘੱਟੋ ਘੱਟ ਇਹ ਹੋਵੇ ਕਿ ਰਿਟਾਇਰ ਹੋਣ ਤੋਂ 5 ਸਾਲ ਬਾਅਦ, 7 ਸਾਲ ਬਾਅਦ, 4 ਸਾਲ ਜਾਂ 3 ਸਾਲ ਬਾਅਦ ਕੋਈ ਵੀ ਸਿਆਸੀ ਅਹੁਦਾ ਉਹ ਗ੍ਰਹਿਣ ਜਾਂ ਧਾਰਨ ਨਹੀਂ ਕਰ ਸਕਦਾ। ਕਹਿਣ ਦਾ, ਤਰਕ ਦੇਣ ਦਾ ਭਾਵ ਉਹਨਾਂ ਲੋਕਾਂ ਦਾ ਇਹ ਸੀ ਕਿ ਜੇਕਰ ਇੱਕ ਜੱਜ ਕੁਝ ਮਹੀਨਿਆਂ ਦੇ ਅੰਦਰ ਅੰਦਰ ਉਹਨੂੰ ਇੱਕ ਪਾਰਟੀ ਰਾਜ ਸਭਾ ਦਾ ਮੈਂਬਰ ਬਣਾ ਦਿੰਦੀ ਹੈ ਤੇ ਫਿਰ ਜਾਣ ਵੇਲਾ ਉਹ ਕਈ ਵਾਰੀ ਇਤਿਹਾਸਕ ਫੈਸਲੇ ਜਿਹੜੇ ਕਰਕੇ ਜਾਂਦਾ ਹੈ ਤਾਂ ਇਹਦਾ ਮਤਲਬ ਉਹਨੇ ਉਸ ਪਾਰਟੀ ਦਾ ਪ੍ਰਭਾਵ ਕਿਵੇਂ ਨਹੀਂ ਕਬੂਲਿਆ ਹੋਵੇਗਾ। ਸੋ ਜੇਕਰ ਉਹਨਾਂ ਨੂੰ ਪਤਾ ਹੋਵੇ ਕਿ ਭਾਵੇਂ ਮੈਂ ਇਸ ਪਾਰਟੀ ਦੇ ਹੱਕ ਵਿੱਚ ਭੁਗਤੀ ਵੀ ਜਾਵਾਂ ਤਾਂ ਵੀ ਮੈਨੂੰ 5 ਜਾਂ 7 ਸਾਲ ਮੈਂ ਕੋਈ ਅਹੁਦਾ ਲੈ ਹੀ ਨਹੀਂ ਸਕਦਾ, ਸ਼ਾਇਦ ਉਹ ਜ਼ਿਆਦਾ ਆਜ਼ਾਦ ਹੋ ਕੇ ਕੰਮ ਕਰ ਸਕੇਗਾ। ਹੁਣ ਪ੍ਰਧਾਨ ਮੰਤਰੀ ਦੇ ਇੱਕ ਬਿਆਨ ਦੇ ਉੱਤੇ ਸ਼ਿਵ ਸੈਨਾ ਨੇ ਪਲਟਵਾਰ ਕੀਤਾ ਹੈ। ਅਸਲ ਦੇ ਵਿੱਚ 26 ਜਨਵਰੀ ਨੂੰ ਲਾਲ ਕਿਲੇ ਦੇ ਵਿੱਚ ਜਿਹੜੀ ਘਟਨਾ ਟਰੈਕਟਰ ਪਰੇਡ ਵਾਲੇ ਦਿਨ ਵਾਪਰੀ ਸੀ, ਉਹਦੇ ਤੋਂ ਬਾਅਦ ਲਗਾਤਾਰ ਇਹ ਖਬਰ ਸੁਰਖੀਆਂ ਦੇ ਵਿੱਚ ਆਪੋ ਆਪਣੇ ਤਰੀਕੇ ਨਾਲ ਹੈ। ਕੁਝ ਮੀਡੀਆ ਇਹਨੂੰ ਕਹਿ ਰਿਹਾ ਕਿ ਵਾਕਈ ਤਿਰੰਗੇ ਦਾ ਅਪਮਾਨ ਹੋਇਆ, ਕੁਝ ਲੋਕ ਆਖਦੇ ਸੀ ਕਿ ਤਿਰੰਗੇ ਦਾ ਅਪਮਾਨ ਨਹੀਂ ਹੋਇਆ। ਪਰ ਜਦੋਂ ਭਾਰਤ ਦੇ ਰਾਸ਼ਟਰਪਤੀ ਨੇ ਆਖਿਆ ਤਿਰੰਗੇ ਦਾ ਅਪਮਾਨ ਹੋ ਗਿਆ, ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨੇ ਆਖ ਦਿੱਤਾ ਤਿਰੰਗੇ ਦਾ ਅਪਮਾਨ ਹੋ ਗਿਆ, ਤਾਂ ਫਿਰ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਕਿਸਾਨਾਂ ਨੂੰ ਕਿਲਾਬੰਦੀ ਕਰਕੇ ਘੇਰਿਆ ਵੀ ਗਿਆ, ਸੜਕਾਂ ਤੇ ਕਿੱਲਾਂ ਵੀ ਲਾ ਦਿੱਤੀਆਂ ਗਈਆਂ, ਇੰਟਰਨੈਟ ਵੀ ਬੰਦ ਕਰ ਦਿੱਤੇ ਗਏ।
ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਗਈ, ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਤੇ ਇਹ ਅੰਦੋਲਨ ਪੰਜਾਬ ਤੋਂ ਉੱਠਿਆ ਭਾਰਤ ਤੇ ਭਾਰਤ ਤੋਂ ਹੁਣ ਵਿਸ਼ਵ ਪੱਧਰ ਦਾ ਹੋ ਚੁੱਕਿਆ ਹੈ। ਅੰਦੋਲਨ ਦੇ ਵਿੱਚ ਸ਼ਾਮਲ ਕਿਸਾਨਾਂ ਨੂੰ ਪਹਿਲੇ ਦਿਨ ਤੋਂ ਹੀ ਕਦੇ ਖਾਲਿਸਤਾਨੀ, ਕਦੇ ਅੱਤਵਾਦੀ, ਕਦੇ ਦੇਸ਼ ਧਰੋਹੀ, ਕਦੇ ਟੁਕੜੇ ਟੁਕੜੇ ਗੈਂਗ, ਕਦੇ ਸਾਜ਼ਿਸ਼ਾਂ ਰਚਣ ਵਾਲੇ ਦੱਸਿਆ ਜਾ ਰਿਹਾ ਹੈ। ਇਸੇ ਹੀ ਦੌਰਾਨ ਆ ਲਾਲ ਕਿਲੇ ਵਾਲੀ ਘਟਨਾ ਵਾਪਰ ਗਈ, ਜਿੱਥੇ ਇੱਕ ਪਾਸੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਭਾਰਤ ਦੇ ਕੌਮੀ ਝੰਡੇ ਤਿਰੰਗੇ ਦੇ ਅਪਮਾਨ ਦੀਆਂ ਖਬਰਾਂ ਚੱਲੀਆਂ, ਉੱਥੇ ਹੀ ਸ਼ਿਵ ਸੈਨਾ ਨੇ ਹੁਣ ਸਾਫ਼-ਸਾਫ਼ ਆਖਿਆ ਹੈ ਕਿ ਗਣਤੰਤਰ ਦਿਵਸ ਵਾਲੇ ਦਿਨ, ਕਿਸਾਨ ਟਰੈਕਟਰ ਜਾਂ ਟਰੈਕਟਰ ਪਰੇਡ ਵਾਲੇ ਦਿਨ ਵਾਪਰੀ ਲਾਲ ਕਿਲੇ ਵਾਲੀ ਘਟਨਾ ਵਿੱਚ ਤਿਰੰਗੇ ਦਾ ਤਾਂ ਕੋਈ ਅਪਮਾਨ ਹੋਇਆ ਹੀ ਨਹੀਂ। ਸ਼ਿਵ ਸੈਨਾ ਨੇ ਇਹ ਜਿਹੜਾ ਦਾਵਾ, ਉਹਨਾਂ ਦਾ ਇੱਕ ਮੁੱਖ ਪੱਤਰ ਹੈ ਸਾਮਨਾ, ਇੱਕ ਮੈਗਜ਼ੀਨ ਕੱਢਦੇ ਆ, ਸਾਮਨਾ ਦੀ ਐਡੀਟੋਰੀਅਲ ਦੇ ਵਿੱਚ ਭਾਵ ਸੰਪਾਦਕੀ ਦੇ ਵਿੱਚ ਲਿਖਿਆ ਹੈ। ਸੰਪਾਦਕੀ ਦੇ ਵਿੱਚ ਲਿਖਿਆ ਗਿਆ ਕਿ ਜੋ ਘਟਨਾ ਵਾਪਰੀ ਨਹੀਂ ਉਹਦੇ ਬਾਰੇ ਆਵਾਜ਼ ਉਠਾਉਣਾ ਵੀ ਰਾਸ਼ਟਰੀ ਝੰਡੇ ਦਾ ਅਪਮਾਨ ਹੈ। ਇਹ ਪ੍ਰਤੀਕਿਰਿਆ ਪ੍ਰਧਾਨ ਮੰਤਰੀ ਮੋਦੀ ਹੋਰਾਂ ਦੇ ਵੱਲੋਂ ਬੀਤੇ ਐਤਵਾਰ ਨੂੰ ਜਿਹੜੀ ਮਨ ਕੀ ਬਾਤ ਕੀਤੀ ਗਈ ਸੀ ਉਹਦੇ ਤੋਂ ਬਾਅਦ ਆਈ ਹੈ। ਤਿਰੰਗੇ ਦੇ ਅਪਮਾਨ ਨਾਲ ਦੇਸ਼ ਦੁਖੀ ਹੈ। ਸਾਮਨਾ ਦੀ ਸੰਪਾਦਕੀ ਵਿੱਚ ਲਿਖਿਆ ਗਿਆ ਕਿ ਜਿਹੜੀਆਂ ਵੀਡੀਓ ਰਿਕਾਰਡਿੰਗ ਸਾਹਮਣੇ ਆਈਆਂ ਨੇ ਉਹਨਾਂ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਸਾਹਮਣੇ ਨਹੀਂ ਆਈ ਜਿੱਥੋਂ ਲੱਗੇ ਕਿ ਤਿਰੰਗੇ ਦਾ ਲੋਕਾਂ ਨੇ ਅਪਮਾਨ ਕਰ ਦਿੱਤਾ। ਸੰਪਾਦਕੀ ਦੇ ਵਿੱਚ ਲਿਖਿਆ ਗਿਆ ਕਿ ਰਾਸ਼ਟਰੀ ਝੰਡੇ ਦਾ ਸਨਮਾਨ ਦੇਸ਼ ਦਾ ਸਨਮਾਨ ਹੈ। ਉਹਨਾਂ ਕਿਹਾ ਕਿ ਸਵਾਲ ਇਹ ਹੈ ਕਿ ਪ੍ਰਧਾਨ ਮੰਤਰੀ ਅਜਿਹੀ ਗੱਲ ਬਾਰੇ ਉਦਾਸ ਕਿਉਂ ਨੇ ਜਿਹੜੀ ਕਦੇ ਵਾਪਰੀ ਨਹੀਂ। ਦੱਸਣਾ ਬਣਦਾ ਕਿ ਸੁਪਰੀਮ ਕੋਰਟ ਨੇ ਵੀ ਗਣਤੰਤਰ ਦਿਵਸ ਹਿੰਸਾ ਦੀ ਜਾਂਚ ਦੇ ਵਿੱਚ ਦਖਲ ਦੇਣ ਤੋਂ ਇਨਕਾਰ ਕੀਤਾ। ਮੁੱਖ ਜੱਜ ਸ਼ਰਦ ਅਰਵਿੰਦ ਬੋਬੜੇ ਨੇ ਕਿਹਾ ਸੀ ਕਿ ਸਰਕਾਰ ਮਾਮਲੇ ਨੂੰ ਵੇਖ ਰਹੀ ਹੈ, ਕਾਨੂੰਨ ਆਪਣਾ ਕੰਮ ਕਰੇਗਾ, ਅਸੀਂ ਦਖਲ ਨਹੀਂ ਦੇਣਾ ਚਾਹੁੰਦੇ। ਚੀਫ ਜਸਟਿਸ ਨੇ ਕਿਹਾ ਸੀ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਇਸ ਮਾਮਲੇ ਵਿੱਚ ਸੁਣਵਾਈ ਕਰ ਰਹੀ ਹੈ। ਅਸੀਂ ਪ੍ਰਧਾਨ ਮੰਤਰੀ ਦਾ ਬਿਆਨ ਵੀ ਪੜ੍ਹਿਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ, ਅਸੀਂ ਇਸ ਮੁੱਦੇ ਵਿੱਚ ਦਖਲ ਦੇਣਾ ਨਹੀਂ ਚਾਹੁੰਦੇ। ਪਰ ਹੁਣ ਸਾਮਨਾ ਦੀ ਸੰਪਾਦਕੀ ਦੇ ਵਿੱਚ ਠੋਕ ਵਜਾ ਕੇ ਲਿਖ ਦਿੱਤਾ ਗਿਆ ਕਿ ਜਿਹੜੀ ਘਟਨਾ ਵਾਪਰੀ ਨਹੀਂ ਉਹਦੇ ਨਾਲ ਮੁਲਕ, ਉਹਦੇ ਨਾਲ ਪ੍ਰਧਾਨ ਮੰਤਰੀ ਉਦਾਸ ਕਿਉਂ ਨੇ। ਵੇਖਦੇ ਹਾਂ ਕਿ ਸ਼ਿਵ ਸੈਨਾ ਦੀ ਇਸ ਸੰਪਾਦਕੀ ਦਾ ਸਰਕਾਰ ਵੱਲੋਂ ਕੋਈ ਕਿਰਿਆ ਜਾਂ ਪ੍ਰਤੀਕਿਰਿਆ ਇਹਦੇ ਉੱਤੇ ਦਿੱਤੀ ਜਾਂਦੀ ਹੈ ਜਾਂ ਨਹੀਂ। ਇੱਕ ਬੀਤੇ ਦਿਨੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ, ਨੌਦੀਪ ਕੌਰ ਇੱਕ ਪੰਜਾਬਣ ਮੁਟਿਆਰ ਕੁਝ ਹੋਰ ਕਹਿ ਕੇ ਚੱਕ ਲਈ ਤੇ ਹਾਲੇ ਤੱਕ ਪੁਲਿਸ ਹਿਰਾਸਤ ਦੇ ਵਿੱਚ ਹੈ। ਪਰ ਉਸ ਦਿਨ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਦਰਅਸਲ ਜਿਹੜੇ ਉਹਦੇ ਉੱਤੇ ਕੇਸ ਪਾਏ ਗਏ ਨੇ, ਧਾਰਾਵਾਂ ਲਗਾਈਆਂ ਗਈਆਂ ਨੇ, ਕਿਸਾਨ ਅੰਦੋਲਨ ਦੇ ਨਾਲ ਜੋੜਿਆ ਗਿਆ, ਉਹ ਤਾਂ ਇਸ ਅੰਦੋਲਨ ਦਾ ਹਿੱਸਾ ਹੀ ਨਹੀਂ ਸੀ। ਅਸਲ ਦੇ ਵਿੱਚ ਮਜ਼ਦੂਰਾਂ ਦੇ ਅਧਿਕਾਰਾਂ ਵਾਸਤੇ ਕੰਮ ਕਰਦੀ ਹੈ ਨੌਦੀਪ। ਨੌਦੀਪ ਦੀ ਰਿਹਾਈ ਵਾਸਤੇ ਜਾਗੋ ਪਾਰਟੀ ਨੇ ਲਗਾਤਾਰ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਵੀ ਇੱਕ ਚਿੱਠੀ ਲਿਖੀ ਗਈ ਹੈ। ਜਾਗੋ ਪਾਰਟੀ ਦੇ ਪ੍ਰਧਾਨ ਨੇ ਮਨਜੀਤ ਸਿੰਘ ਜੀਕੇ, ਉਹਨਾਂ ਇਹ ਮਾਮਲਾ ਉਠਾਉਂਦਿਆਂ ਅਪੀਲ ਕੀਤੀ ਹੈ ਕਿ ਸਾਨੂੰ ਨੌਦੀਪ ਕੌਰ ਦੀ ਰਿਹਾਈ ਦੇ ਵਾਸਤੇ ਸੋਸ਼ਲ ਮੀਡੀਆ ਤੇ ਚੱਲ ਰਹੀ ਕੰਪੇਨ ਹੈਸ਼ਟੈਗ ਚੱਲ ਰਿਹਾ ਰਿਲੀਜ਼ ਨੌਦੀਪ ਕੌਰ, ਜਿਸ ਦਾ ਮੈਂ ਵੀ ਕਹਿੰਦੇ ਇੱਕ ਹਿੱਸਾ ਤੇ ਤੁਹਾਨੂੰ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਤਾਂ ਜੋ ਗਰੀਬਾਂ ਦੇ ਹੱਕਾਂ ਲਈ ਲੜ ਰਹੀ ਨੌਦੀਪ ਕੌਰ ਨੂੰ ਨਿਆਂ ਦਿਵਾਇਆ ਜਾ ਸਕੇ। ਇੱਧਰ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ ਨੇ ਵੀ ਟਵੀਟ ਕਰਕੇ ਨੌਦੀਪ ਦੇ ਨਾਲ ਵਾਪਰੀ ਘਟਨਾ ਦਾ ਜ਼ਿਕਰ ਕੀਤਾ। ਉਹਨਾਂ ਲਿਖਿਆ ਹੈ ਕਿ 23 ਵਰ੍ਹਿਆਂ ਦੀ ਮਜ਼ਦੂਰ ਅਧਿਕਾਰ ਵਰਕਰ ਨੌਦੀਪ ਕੌਰ ਨੂੰ ਗ੍ਰਿਫਤਾਰ ਕਰਕੇ ਉਸ ਨਾਲ ਪੁਲਿਸ ਹਿਰਾਸਤ ਵਿੱਚ ਸਰੀਰਕ ਸ਼ੋਸ਼ਣ ਅਤੇ ਉਸ ਤੇ ਅਤਿਆਚਾਰ ਕੀਤੇ ਗਏ ਨੇ। 20 ਦਿਨ ਤੋਂ ਬਿਨਾਂ ਜ਼ਮਾਨਤ ਤੋਂ ਉਹ ਜੇਲ੍ਹ ਵਿੱਚ ਡੱਕੀ ਹੋਈ ਹੈ। ਮੀਨਾ ਨੇ ਹੈਰਾਨੀ ਪ੍ਰਗਟਾਈ ਹੈ ਕਿ ਭਾਰਤ ਵਿੱਚ ਇੰਝ ਹੀ ਹੁੰਦਾ, ਉਹਨੇ ਸਵਾਲ ਕੀਤਾ। ਤੇ ਦੂਸਰੇ ਪਾਸੇ ਮਨਜੀਤ ਸਿੰਘ ਜੀਕੇ ਹੋਰਾਂ ਨੇ, ਜਿਸ ਤੇ ਮੈਂ ਜ਼ਿਕਰ ਕਰ ਰਿਹਾ ਸੀ ਕਿ ਹਰਿਆਣੇ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ, ਇਸ ਦੇ ਨਾਲ ਨਾਲ ਉਹਨਾਂ ਨੇ ਕੇਂਦਰੀ ਸਮਾਜ ਕਲਿਆਣ ਮੰਤਰੀ ਥਾਵਰ ਚੰਦ ਗਹਿਲੋਤ ਨੂੰ ਵੀ ਚਿੱਠੀ ਲਿਖੀ ਹੈ। ਨੌਦੀਪ ਦੀ ਰਿਹਾਈ ਦੀ ਉਹਨਾਂ ਨੇ ਮੰਗ ਕੀਤੀ ਹੈ। ਉਹਨਾਂ ਦੱਸਿਆ ਕਿ ਨੌਦੀਪ ਦੀ ਭੈਣ ਰਾਜਦੀਪ ਕੌਰ ਨੇ ਦੱਸਿਆ ਕਿ ਨੌਦੀਪ ਨੂੰ ਕੁੰਡਲੀ ਇੰਡਸਟਰੀਅਲ ਏਰੀਆ ਐਸੋਸੀਏਸ਼ਨ ਦੀ ਸ਼ਿਕਾਇਤ ਤੇ ਬੀਤੇ ਮਹੀਨੇ ਭਾਵ 12 ਜਨਵਰੀ 2021 ਨੂੰ ਪੁਲਿਸ ਉੱਤੇ ਹਮਲਾ ਕਰਨ ਦੇ ਦੋਸ਼ ਹੇਠ ਜੇਲ੍ਹ ਵਿੱਚ ਭੇਜ ਦਿੱਤਾ ਸੀ। ਨੌਦੀਪ ਕੌਰ ਮਜ਼ਦੂਰ ਅਧਿਕਾਰਾਂ ਦੀ ਲੜਾਈ ਲੜਨ ਵਾਲੀ ਇੱਕ ਕਾਰਕੁਨ ਹੈ, ਜਿਸ ਕਾਰਨ ਕਾਰਖਾਨਾ ਮਾਲਕਾਂ ਨੇ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਨੌਦੀਪ ਕੌਰ ਨੂੰ ਝੂਠੇ ਮਾਮਲੇ ਵਿੱਚ ਫਸਾਇਆ। ਜੀਕੇ ਨੇ ਖੱਟੜ ਕੋਲੋਂ ਜਾਂਚ ਕਮੇਟੀ ਬਣਾ ਕੇ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਤੇ ਆ ਵੀਡੀਓ ਦੇ ਵਿੱਚ ਤੁਸੀਂ ਸੁਣੋ
ਕਿ ਮਨਜੀਤ ਸਿੰਘ ਜੀ ਕੇ ਕੀ ਆਖ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਇਸ਼ੂ ਮੈਂ 3 ਫਰਵਰੀ ਨੂੰ ਚੁੱਕਿਆ ਸੀ ਨੌਦੀਪ ਕੌਰ, ਜਿਹੜੀ ਮੁਕਤਸਰ ਦੀ ਰਹਿਣ ਵਾਲੀ ਹੈ, ਕਿ ਜਿਹੜੀ ਪਿਛਲੇ ਮਹੀਨੇ ਦੀ 12 ਤਰੀਕ ਤੋਂ ਜਨਵਰੀ ਤੋਂ ਅਰੈਸਟ ਹੈਗੀ ਹੈ। ਉਸ ਨੂੰ ਪੁਲਿਸ ਕੁੱਟਦੀ ਹੈ। ਉਸ ਨੂੰ ਜਿਹੜੀ ਕੁੰਡਲੀ ਇੰਡਸਟਰੀਅਲ ਐਸੋਸੀਏਸ਼ਨ ਦੇ ਬਾਉਂਸਰ ਕੁੱਟਦੇ ਨੇ। ਕਿਉਂ ਕੁੱਟਦੇ ਨੇ? ਕਿਉਂਕਿ ਉਹ ਲੜਦੀ ਹੈ ਮਿਨੀਮਮ ਵੇਜਸ ਵਾਸਤੇ ਮਜ਼ਦੂਰਾਂ ਨੂੰ ਦਿਵਾਉਣ ਲਈ। ਮੌਕਾ ਲੱਗਿਆ, ਉਹਨਾਂ ਨੇ ਇਸ ਤੇ ਕੇਸ ਫਾਰਮਰਸ ਦੇ ਨਾਲ ਜੋੜ ਕੇ ਪਵਾ ਦਿੱਤਾ। ਉਸ ਤੇ ਕਈ ਦਫਾਵਾਂ ਲਵਾਈਆਂ ਗਈਆਂ ਔਰ ਉਸ ਦੀ ਬੇਲ ਪਹਿਲੇ ਐਮਐਮ ਫਿਰ ਸੈਸ਼ਨ ਤੋਂ ਰਿਜੈਕਟ ਹੋਈ। ਜਦੋਂ ਮੈਂ ਇਸ਼ੂ ਚੁੱਕਿਆ, ਮੈਂ ਚਿੱਠੀ ਲਿਖੀ ਸੀਐਮ ਔਰ ਥਾਵਰਚੰਦ ਗਹਿਲੋਤ, ਜਿਹੜੇ ਸੈਂਟਰਲ ਮਿਨਿਸਟਰ ਨੇ, ਹਰਿਆਣੇ ਦੇ ਸੀਐਮ ਨੂੰ ਔਰ ਸੈਂਟਰਲ ਮਿਨਿਸਟਰ ਦੇ ਅੱਗੇ ਮੈਂ ਕੇਸ ਚੁੱਕਿਆ ਸੋਸ਼ਲ ਜਸਟਿਸ ਵਾਲਿਆਂ ਦੇ। ਅਫਸੋਸ ਦੀ ਗੱਲ ਹੈ, ਕੋਈ ਜਥੇਬੰਦੀ ਨਹੀਂ ਬੋਲਦੀ ਪਈ, ਕੋਈ ਐਨਜੀਓ ਨਹੀਂ ਬੋਲਦਾ ਪਿਆ, ਕੋਈ ਹਿਊਮਨ ਰਾਈਟਸ ਵਾਲੇ ਨਹੀਂ ਬੋਲਦੇ ਪਏ। ਹਜ਼ਾਰਾਂ ਮੀਲਾਂ ਦੂਰ 7 ਸਮੁੰਦਰ ਪਾਰ ਤੋਂ ਮੀਨਾ ਹੈਰਿਸ, ਜਿਹੜੀ ਨੀਸ ਲੱਗਦੀ ਹੈ ਕਮਲਾ ਹੈਰਿਸ ਦੀ ਵਾਈਸ ਪ੍ਰੈਜ਼ੀਡੈਂਟ ਦੀ, ਉਸਨੇ ਇਸ਼ੂ ਨੂੰ ਅੱਜ ਚੁੱਕਿਆ ਇੰਨੇ ਦਿਨਾਂ ਬਾਅਦ। ਔਰ ਵੱਡੀ ਗੱਲ ਕੀ ਹੈ, ਮੈਨੂੰ ਜਿੱਥੇ ਜ਼ਿਆਦਾ ਅਫਸੋਸ ਹੋ ਰਿਹਾ ਉਹ ਇਹ ਹੈ ਕਿ ਉਹ ਲਿਖ ਰਹੀ ਹੈ ਕਿ ਉਸ ਨੂੰ ਸੈਕਸ਼ੂਅਲੀ ਅਸੌਲਟ ਕੀਤਾ ਗਿਆ ਪੁਲਿਸ ਕਸਟਡੀ ਦੇ ਵਿੱਚ। ਇਸ ਤੋਂ ਵੱਡਾ ਧੱਕਾ ਕੀ ਹੋ ਸਕਦਾ ਹੈ? ਮੈਂ ਇਹ ਪੁੱਛਣਾ ਚਾਹੁੰਦਾ ਵਾਂ ਕਿ ਇਹ ਇਸ਼ੂ ਨੂੰ ਕੌਣ ਚੁੱਕੇਗਾ? ਅੱਜ ਇੱਕ ਟਵਿੱਟਰ ਦੇ ਉੱਤੇ ਕੈਂਪੇਨ ਚੱਲਦੀ ਪਈ ਹੈ #ਰਿਲੀਜ਼ ਨੌਦੀਪ ਕੌਰ, ਜਿਹਦਾ ਮੈਂ ਵੀ ਇੱਕ ਹਿੱਸਾ ਹੈਗਾ ਵਾਂ। ਮੈਂ ਸਮਝਦਾ ਕਿ ਇਸ ਮੁਹਿੰਮ ਦੇ ਤੁਸੀਂ ਹਿੱਸਾ ਬਣੋ ਔਰ ਜਿੰਨਾ ਰੀਟਵੀਟ ਕਰ ਸਕਦੇ ਹੋ ਤੁਸੀਂ ਇਸ ਨੂੰ ਰੀਟਵੀਟ ਕੀਤਾ ਜਾਵੇ ਔਰ ਇਸ ਨੂੰ ਜਸਟਿਸ ਦਿਵਾਈਏ। ਔਰ ਜਿਹੜੀ ਸਾਡੀ ਵਕੀਲਾਂ ਦੀ, ਸੀਨੀਅਰ ਵਕੀਲਾਂ ਦੀ ਫਰਟਰਨਿਟੀ ਹੈ ਹਰਿਆਣਾ ਪੰਜਾਬ ਹਾਈ ਕੋਰਟ ਦੇ ਵਿੱਚ, ਉਹਨਾਂ ਨੂੰ ਸਿਓ ਮੋਟੋ ਇਹਦਾ ਕੌਨਸ਼ੀਅਸ ਲੈਣਾ ਚਾਹੀਦਾ ਹੈ ਔਰ ਇਹ ਬੱਚੀ ਛੁੱਟਣੀ ਚਾਹੀਦੀ ਹੈ। ਇਹਦੇ ਵਾਸਤੇ ਜਾਗੋ ਪਾਰਟੀ ਵੱਲੋਂ ਹਰ ਕਿਸਮ ਦੀ ਮਦਦ ਕਰਨ ਨੂੰ ਅਸੀਂ ਤਿਆਰ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਗਲੀ ਜਿਹੜੀ ਖਬਰ ਹੈ ਉਹ ਚੱਕਾ ਜਾਮ ਹੋਇਆ, ਕਿਉਂਕਿ 6 ਫਰਵਰੀ ਦਾ ਦਿਨ ਚੱਕਾ ਜਾਮ ਭਾਰਤ ਬੰਦ ਦਾ 3 ਘੰਟਿਆਂ ਦੇ ਵਾਸਤੇ ਸੱਦਾ ਦਿੱਤਾ ਹੋਇਆ ਸੀ। ਤੇ ਇਸ ਚੱਕੇ ਜਾਮ ਤੋਂ ਬਾਅਦ ਕਿਸਾਨ ਸੰਗਠਨਾਂ ਦੇ ਵੱਲੋਂ ਜਿਹੜਾ ਦਿੱਤਾ ਗਿਆ ਚੱਕੇ ਜਾਮ ਦੀ ਕਾਲ ਸੀ, ਉਹਨਾਂ ਨੇ ਆਖਿਆ ਕਿ ਚੱਕਾ ਜਾਮ ਸਫਲ ਰਿਹਾ ਹੈ। ਚੱਕਾ ਜਾਮ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੇ ਵਿੱਚ ਕਿਸਾਨ ਆਗੂ ਡਾਕਟਰ ਦਰਸ਼ਨਪਾਲ ਹੋਰਾਂ ਨੇ ਕਿਹਾ ਕਿ ਅੱਜ ਦਾ ਇਹ ਚੱਕਾ ਜਾਮ ਸਫਲ ਰਿਹਾ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੀਆਂ ਗਈਆਂ ਵਧੀਕੀਆਂ ਨੂੰ ਲੈ ਕੇ ਇਹ ਚੱਕਾ ਜਾਮ ਕੀਤਾ ਗਿਆ ਸੀ। ਕਿਸਾਨ ਸੰਗਠਨਾਂ ਨੇ ਅੰਤਰਰਾਸ਼ਟਰੀ ਪੱਧਰ ਤੋਂ ਮਿਲ ਰਹੇ ਸਮਰਥਨ ਦਾ ਵੀ ਦਿਲ ਖੋਲ੍ਹ ਕੇ ਧੰਨਵਾਦ ਕੀਤਾ ਹੈ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ 12 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਚੱਕੇ ਜਾਮ ਦਾ ਸੱਦਾ ਸੀ, ਪੂਰੇ ਭਾਰਤ ਭਰ ਦੇ ਵਿੱਚ ਇਸ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਉਹ ਕਹਿੰਦੇ ਇਹਦੇ ਤੋਂ ਸਾਬਤ ਹੁੰਦਾ ਹੈ ਕਿ ਲੋਕ ਆਪਣੇ ਹੱਕਾਂ ਦੇ ਵਾਸਤੇ ਜੂਝ ਵੀ ਰਹੇ ਨੇ ਅਤੇ ਇਕਜੁੱਟ ਵੀ ਨੇ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਨੇ ਡਾਕਟਰ ਦਰਸ਼ਨਪਾਲ, ਉਹ ਕਹਿੰਦੇ ਅਸੀਂ ਸਰਕਾਰ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਖੇਤੀ ਕਾਨੂੰਨਾਂ ਸੰਬੰਧੀ ਤਜਵੀਜ਼ ਸਾਨੂੰ ਮਨਜ਼ੂਰ ਨਹੀਂ। ਉਹਨਾਂ ਨੂੰ ਹੁਣ ਨਵੀਂ ਤਜਵੀਜ਼ ਦੇ ਨਾਲ ਮੇਜ਼ ਤੇ ਆਉਣਾ ਚਾਹੀਦਾ ਹੈ। ਉਹ ਕਹਿੰਦੇ ਅਸੀਂ ਸਾਰੇ ਕਿਸਾਨ ਤੇ ਕਿਸਾਨ ਆਗੂ ਗੱਲਬਾਤ ਵਾਸਤੇ ਤਿਆਰ ਹਾਂ ਤੇ ਗੇਂਦ ਸਰਕਾਰ ਦੇ ਪਾਲੇ 'ਚ ਹੈ। ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਤਿੰਨੇ ਖੇਤੀ ਕਾਨੂੰਨ ਰੱਦ ਕਰਨ, ਘੱਟੋ ਘੱਟ ਸਮਰਥਨ ਮੁੱਲ ਦੀ ਗਰੰਟੀ ਦੀ ਮੰਗ ਉੱਪਰ ਦ੍ਰਿੜ ਹੈ। ਕਿਸਾਨ ਆਗੂ ਨੇ ਆਖਿਆ ਕਿ ਅੰਦੋਲਨ ਵਿੱਚ ਹੁਣ ਤੱਕ 204 ਕਿਸਾਨ ਸ਼ਹੀਦ ਹੋ ਚੁੱਕੇ ਨੇ, ਪਰ ਸਰਕਾਰ ਹਾਲੇ ਵੀ ਕਿਸਾਨਾਂ ਦੇ ਦਰਦ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਬਲਵਿੰਦਰ ਸਿੰਘ ਦੇ ਸੰਸਕਾਰ ਸਮੇਂ ਰਾਸ਼ਟਰੀ ਝੰਡੇ ਦੇ ਅਪਮਾਨ ਕਰਨ ਦੇ ਸਬੰਧ ਵਿੱਚ ਉਹਨਾਂ ਦੀ ਮਾਂ ਤੇ ਉਹਨਾਂ ਦੇ ਭਰਾ ਤੇ ਰਿਸ਼ਤੇਦਾਰਾਂ 'ਤੇ ਜਿਹੜਾ ਕੇਸ ਦਰਜ ਕੀਤਾ ਗਿਆ ਹੈ ਉਹ ਤੁਰੰਤ ਰੱਦ ਹੋਣਾ ਚਾਹੀਦਾ ਹੈ। ਮੋਰਚੇ ਨੇ ਕਿਸਾਨ ਪਰਿਵਾਰ ਨੂੰ ਹਰ ਤਰ੍ਹਾਂ ਦੀ ਸੰਭਵ ਮਦਦ ਦੇਣ ਦਾ ਐਲਾਨ ਵੀ ਕੀਤਾ ਹੈ। ਸਾਂਝੇ ਮੋਰਚੇ ਦੇ ਮੈਂਬਰਾਂ ਨੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਵੱਲੋਂ ਸੰਸਦ ਵਿੱਚ ਦਿੱਤੇ ਗਏ ਬਿਆਨ ਤੇ ਵੀ ਤਿੱਖਾ ਇਤਰਾਜ਼ ਪ੍ਰਗਟਾਇਆ ਤੇ ਕਿਹਾ ਹੈ ਕਿ ਤਿੰਨੇ ਹੀ ਕਾਨੂੰਨ ਕਾਲੇ ਹੈ। ਇਹ ਗੱਲ ਸਰਕਾਰ ਨਾਲ ਹੋਈਆਂ ਬੈਠਕਾਂ ਦੇ ਵਿੱਚ ਅਸੀਂ ਖੇਤੀਬਾੜੀ ਮੰਤਰੀ ਨੂੰ ਇੱਕ ਵਾਰ ਨਹੀਂ ਅਨੇਕਾਂ ਵਾਰ ਸਮਝਾਈ ਹੈ। ਜੇ ਕਹਿੰਦੇ ਇਸ ਦੇ ਬਾਵਜੂਦ ਵੀ ਮੰਤਰੀ ਕਹਿੰਦੇ ਹੈ ਕਿ ਉਹਨਾਂ ਨੂੰ ਇੱਕ ਵੀ ਵਿਅਕਤੀ ਅਜਿਹਾ ਨਹੀਂ ਮਿਲਿਆ ਜੋ ਇਹ ਦੱਸ ਸਕੇ ਕਿ ਕਾਨੂੰਨਾਂ ਵਿੱਚ ਕਾਲਾ ਕੀ ਹੈ। ਕਮਾਲ ਦੀ ਗੱਲ ਹੈ। ਕਹਿੰਦੇ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੀਆਂ ਹੱਦਾਂ ਤੇ ਅਸੀਂ 73 ਦਿਨਾਂ ਤੋਂ ਬੈਠੇ ਹਾਂ, ਲਗਭਗ 2.5 ਮਹੀਨੇ ਹੋ ਚੁੱਕੇ ਆ। ਅੰਦੋਲਨ ਕਰ ਰਹੇ ਕਿਸਾਨਾਂ ਦੇ ਵੱਲੋਂ ਜਿਹੜਾ ਚੱਕਾ ਜਾਮ ਕੀਤਾ ਗਿਆ ਸੀ, ਉਹਦਾ ਸੱਦੇ ਦਾ ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ, ਰਾਜਸਥਾਨ ਦੇ ਵਿੱਚ ਸਭ ਤੋਂ ਵੱਧ ਅਸਰ ਨਜ਼ਰ ਆਇਆ। ਪਰ ਇਹਦਾ ਮਤਲਬ ਇਹ ਨਹੀਂ ਕਿ ਹੋਰਨਾਂ ਸੂਬਿਆਂ ਦੇ ਵਿੱਚ ਸਫਲਤਾ ਨਹੀਂ ਮਿਲੀ। ਉਹ ਕਹਿੰਦੇ ਸਾਰੇ ਭਾਰਤ ਦੇ ਵਿੱਚ ਇਹ ਚੱਕਾ ਜਾਮ ਸਫਲ ਰਿਹਾ ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਚੱਕਾ ਜਾਮ ਨੂੰ ਧਿਆਨ ਦੇ ਵਿੱਚ ਰੱਖਦਿਆਂ ਦੂਸਰੇ ਪਾਸੇ ਸਿੰਘੂ, ਗਾਜ਼ੀਪੁਰ, ਟਿਕਰੀ ਹੱਦਾਂ ਦੇ ਉੱਤੇ ਇੰਟਰਨੈਟ ਸੇਵਾਵਾਂ
ਸ਼ਨੀਵਾਰ ਦੀ ਰਾਤ 12 ਵਜੇ ਤੱਕ ਬੰਦ ਰੱਖੀਆਂ ਹੋਈਆਂ ਸੀ। ਪੰਜਾਬ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਨਾਲ ਹੀ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਵੀ ਜਾਮ ਦੇਖੀਆਂ ਗਈਆਂ। ਕਿਸਾਨਾਂ ਨੇ ਜੀਟੀ ਰੋਡ ਤੇ, ਟੋਲ ਪਲਾਜ਼ਿਆਂ ਤੇ, ਫਲਾਈਓਵਰਾਂ ਤੇ ਹਰ ਇੱਕ ਥਾਂ ਤੇ ਰਾਹ ਰੋਕੇ। ਸੰਭੂ ਬਾਰਡਰ ਤੇ ਕਿਸਾਨ ਧਰਨੇ ਤੇ ਬੈਠੇ। ਹਰਿਆਣਾ ਵਿੱਚ ਚੱਕਾ ਜਾਮ ਨੂੰ ਵੇਖਦਿਆਂ ਇਹਤਿਆਤ ਵਜੋਂ ਸਕੂਲਾਂ ਦੇ ਵਿੱਚ ਪਹਿਲਾਂ ਹੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ। ਉਧਰ ਰਾਜਸਥਾਨ ਦੇ ਵਿੱਚ ਵਿਖਾਵਾਕਾਰੀਆਂ ਨੇ ਸੂਬਾਈ ਅਤੇ ਨੈਸ਼ਨਲ ਹਾਈਵੇ ਜਾਮ ਕੀਤੇ। ਦਿੱਲੀ ਜੈਪੁਰ ਹਾਈਵੇ 4 ਘੰਟਿਆਂ ਤੱਕ ਮੁਕੰਮਲ ਬੰਦ ਰਿਹਾ। ਦਿੱਲੀ ਦੀ ਹੱਦ ਤੇ ਵਿਖਾਵਾ ਕਰ ਰਹੇ ਕਿਸਾਨਾਂ ਨਾਲ ਇਕਮੁੱਠਤਾ ਦਿਖਾਉਣ ਦੇ ਵਾਸਤੇ ਹੋਰਨਾਂ ਸੂਬਿਆਂ ਦੇ ਕਿਸਾਨਾਂ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ, ਸੜਕਾਂ ਰੋਕੀਆਂ ਤੇ ਦਿੱਲੀ ਦੇ ਵਿੱਚ ਵਿਖਾਵਾਕਾਰੀਆਂ ਨੇ ਅੰਦੋਲਨ ਵਾਲੀਆਂ ਥਾਵਾਂ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਇੰਟਰਨੈਟ ਤੇ ਪਾਬੰਦੀ, ਅਧਿਕਾਰੀਆਂ ਵੱਲੋਂ ਤੰਗ ਪਰੇਸ਼ਾਨ ਕਰਨ ਅਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਇਹ ਜਿਹੜਾ ਚੱਕਾ ਜਾਮ ਕੀਤਾ ਗਿਆ ਸੀ। ਇੱਧਰ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਇਸ ਦਾ ਅਸਰ ਦੇਖਣ ਨੂੰ ਮਿਲਿਆ। ਪਰ 3 ਥਾਵਾਂ ਦੇ ਉੱਤੇ ਦਿੱਲੀ, ਯੂਪੀ ਅਤੇ ਉੱਤਰਾਖੰਡ ਦੇ ਵਿੱਚ ਇਹ ਬੰਦ ਦਾ ਸੱਦਾ ਨਹੀਂ ਸੀ। ਤੇ ਦੂਸਰੇ ਪਾਸੇ ਕਿਸਾਨ ਆਗੂ ਰਾਕੇਸ਼ ਟਕੈਤ, ਉਹਨਾਂ ਨੇ ਕੇਂਦਰ ਸਰਕਾਰ ਨੂੰ ਆ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਵਾਸਤੇ ਫੈਸਲਾ ਕਰਨ ਦੇ ਲਈ ਖੁੱਲ੍ਹਾ ਸਮਾਂ ਦੇ ਦਿੱਤਾ। ਉਹ ਕਹਿੰਦੇ ਕੋਈ ਗੱਲ ਨਹੀਂ, ਤੁਹਾਡੇ ਕੋਲੇ 1-2 ਦਿਨਾਂ ਦੀ ਗੱਲ ਨਹੀਂ, ਤੁਹਾਨੂੰ 1-2 ਮਹੀਨਿਆਂ ਦੀ ਗੱਲ ਨਹੀਂ, ਉਹਨਾਂ ਨੇ ਇੱਕ ਤਰੀਕ ਦੇ ਦਿੱਤੀ ਹੈ। ਉਹ ਕਹਿੰਦੇ ਇੰਜ ਕਰੋ ਕੇਂਦਰ ਸਰਕਾਰ ਜੀ, ਕਹਿੰਦੇ 2 ਅਕਤੂਬਰ ਤੱਕ ਖੇਤੀ ਕਾਨੂੰਨ ਵਾਪਸ ਕਰਨ ਦਾ ਫੈਸਲਾ ਲੈ ਲਓ। ਉਹ ਕਹਿੰਦੇ ਜਦੋਂ ਤੱਕ ਤੁਸੀਂ ਕਾਨੂੰਨ ਵਾਪਸ ਨਹੀਂ ਨਾ ਕਰਦੇ, ਕਿਸਾਨ ਓਨੀ ਦੇਰ ਤੱਕ ਮੋਰਚਿਆਂ ਤੇ ਡਟੇ ਰਹਿਣਗੇ, ਨਾ ਹੀ ਕਿਸੇ ਦਬਾਅ ਹਟਾਉਣਗੇ। ਕਹਿੰਦੇ ਮੈਂ ਦਾਅਵਾ ਕਰਦਾ। ਟਕੈਤ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੇ ਲਈ 2 ਅਕਤੂਬਰ ਤੱਕ ਦਾ ਸਮਾਂ ਦੇ ਰਹੇ ਹਾਂ। ਜੇਕਰ ਉਦੋਂ ਤੱਕ ਵੀ ਕੇਂਦਰ ਨੇ ਇਹ ਕਾਨੂੰਨ ਰੱਦ ਨਾ ਕੀਤੇ ਨਾ, ਤਾਂ ਫਿਰ ਅਸੀਂ ਕੋਈ ਨਵੀਂ ਅਤੇ ਵੱਡੀ ਯੋਜਨਾ ਉਲੀਕਾਂਗੇ। ਪਰ ਕਹਿੰਦੇ ਇਹ ਸਰਕਾਰ ਮਤ ਸਮਝੇ ਕਿ ਅਸੀਂ ਕੇਂਦਰ ਦੇ ਦਬਾਅ ਹੇਠ ਆਵਾਂਗੇ। ਬੀਤੇ ਦਿਨੀ ਇੱਕ ਮਹਾ ਪੰਚਾਇਤ ਜਿਹੜੀ ਹਰਿਆਣੇ ਦੀ ਕੰਡੇਲਾ ਹੋਈ ਸੀ, ਉਸ ਪਿੰਡ ਦੇ ਵਿੱਚ ਵੀ ਰਾਕੇਸ਼ ਟਕੈਤ ਨੇ ਆਖਿਆ ਸੀ ਕਿ ਹੁਣ ਤਾਂ ਅਸੀਂ ਕਾਨੂੰਨ ਵਾਪਸੀ ਦੀ ਗੱਲ ਕਰ ਰਹੇ ਹਾਂ, ਕਿਤੇ ਇਹ ਨਾ ਹੋਵੇ ਕਿ ਅਸੀਂ ਗੱਦੀ ਵਾਪਸੀ ਦੀ ਗੱਲ ਤੇ ਆ ਜਾਈਏ। ਸੋ ਆ ਵੀ ਉਹਨਾਂ ਨੇ ਆਖਿਆ ਕਿ 2 ਅਕਤੂਬਰ ਤੱਕ ਜੇਕਰ ਕਾਨੂੰਨ ਕੇਂਦਰ ਸਰਕਾਰ ਨੇ ਰੱਦ ਨਾ ਕੀਤੇ, ਤੁਹਾਨੂੰ ਅਲਟੀਮੇਟਮ ਹੈ, ਉਹਦੇ ਤੋਂ ਬਾਅਦ ਅਸੀਂ ਕੋਈ ਹੋਰ ਵੱਡਾ ਐਲਾਨ ਅਤੇ ਵੱਖਰੀ ਰਣਨੀਤੀ ਉਲੀਕਾਂਗੇ। ਤੇ ਦੂਸਰੇ ਪਾਸਿਓਂ ਸੰਯੁਕਤ ਕਿਸਾਨ ਮੋਰਚਾ ਨੇ 2 ਕਿਸਾਨ ਆਗੂ ਮੁਅੱਤਲ ਕਰ ਦਿੱਤੇ ਹੈ। ਮੁਅੱਤਲੀ ਦਾ ਕਾਰਨ ਭਾਵੇਂ ਮੁਅੱਤਲ ਹੋਏ ਕਿਸਾਨ ਆਗੂ ਨਹੀਂ ਦੱਸ ਰਹੇ, ਪਰ ਉਹਨਾਂ ਨੇ ਟਵੀਟ ਕਰਕੇ ਇਹਦੀ ਜਾਣਕਾਰੀ ਜ਼ਰੂਰ ਦਿੱਤੀ ਹੈ। ਅਸਲ ਦੇ ਵਿੱਚ 26 ਜਨਵਰੀ ਨੂੰ ਜਿਹੜੀ ਟਰੈਕਟਰ ਪਰੇਡ ਹੋਈ, ਉਹਦਾ ਰੂਟ ਬਦਲਿਆ ਗਿਆ। ਰੂਟ ਬਦਲਣ ਵਾਲੀਆਂ 2 ਕਿਸਾਨ ਯੂਨੀਅਨਾਂ ਨੂੰ ਸੰਯੁਕਤ ਕਿਸਾਨ ਮੋਰਚਾ ਨੇ ਮੁਅੱਤਲ ਕੀਤਾ ਹੈ ਅਤੇ ਜਾਂਚ ਵਾਸਤੇ ਇੱਕ ਕਮੇਟੀ ਬਣਾ ਦਿੱਤੀ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਅਤੇ ਆਜ਼ਾਦ ਕਿਸਾਨ ਕਮੇਟੀ ਦੁਆਬਾ ਦੇ ਪ੍ਰਧਾਨ ਹਰਪਾਲ ਸਿੰਘ ਸੰਘਾ ਨੂੰ ਮੁਅੱਤਲ ਕਰ ਦਿੱਤਾ ਗਿਆ। ਪੰਜਾਬ ਕਿਸਾਨ ਯੂਨੀਅਨ ਦੇ ਰੁਲਦੂ ਸਿੰਘ ਮਾਨਸਾ ਨੇ ਦੱਸਿਆ ਕਿ ਟਰੈਕਟਰ ਪਰੇਡ ਦੌਰਾਨ ਜਿੰਨੀਆਂ ਵੀ ਯੂਨੀਅਨਾਂ ਦੇ ਲੋਕ ਹੋਰ ਰੂਟ ਤੇ ਗਏ, ਉਹਨਾਂ ਦੇ ਖਿਲਾਫ ਕਮੇਟੀ ਜਾਂਚ ਕਰ ਰਹੀ ਹੈ। ਫਿਲਹਾਲ ਇਹਨਾਂ 2 ਯੂਨੀਅਨਾਂ ਨੂੰ ਮੁਅੱਤਲ ਕੀਤਾ ਗਿਆ। ਕੁੰਡਲੀ ਬਾਰਡਰ ਤੇ ਬੀਤੀ ਸ਼ਾਮ ਪੰਜਾਬ ਦੀਆਂ 32 ਕਿਸਾਨ ਯੂਨੀਅਨਾਂ ਦੀ ਥਾਂ ਸਿਰਫ 14 ਯੂਨੀਅਨਾਂ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਇਹ ਵੀ ਸਾਫ਼ ਕੀਤਾ ਕਿ ਭਾਰਤੀ ਕਿਸਾਨ ਯੂਨੀਅਨ ਦੇ ਰਾਕੇਸ਼ ਟਕੈਤ ਦੇ ਮੋਰਚੇ ਨਾਲ ਗੱਲਬਾਤ ਕੀਤੇ ਬਗੈਰ ਹੀ ਅੰਦੋਲਨ ਦੀ ਰਣਨੀਤੀ ਬਦਲੀ। ਯੂਪੀ ਅਤੇ ਉੱਤਰਾਖੰਡ ਦੇ ਵਿੱਚ ਚੱਕਾ ਜਾਮ ਨਾ ਕਰਨ ਦਾ ਫੈਸਲਾ ਉਹਨਾਂ ਨੇ ਆਪਣੇ ਆਪ ਕੀਤਾ। ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵਿੱਚ ਕਹਿੰਦੇ ਪਰ ਫਿਰ ਵੀ ਕੋਈ ਮਤਭੇਦ ਨਹੀਂ। ਉਹ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ ਤੇ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਜਦੋਂ ਯੂਪੀ ਨੂੰ ਚੱਕਾ ਜਾਮ ਤੋਂ ਬਾਹਰ ਰੱਖੇ ਜਾਣ ਬਾਰੇ ਪੁੱਛਿਆ ਤਾਂ ਉਹ ਕਹਿੰਦੇ ਕਿ ਇਹ ਫੈਸਲਾ ਰਾਕੇਸ਼ ਟਕੈਤ ਹੋਰਾਂ ਨੇ ਕੀਤਾ। ਉਹ ਪਰ ਫਿਰ ਵੀ ਕਹਿੰਦੇ ਮਤਭੇਦ ਕੋਈ ਨਹੀਂ, ਚੰਗਾ ਹੁੰਦਾ ਜੇ ਇਹ ਫੈਸਲਾ ਲੈਣ ਤੋਂ ਪਹਿਲਾਂ ਸਾਡੇ ਨਾਲ ਵਿਚਾਰ ਵਟਾਂਦਰਾ ਕਰ ਲਏ। ਪਰ ਫਿਰ ਵੀ ਕਹਿੰਦੇ ਅਸੀਂ ਸਮਝਦੇ ਹਾਂ ਕਿ ਯੂਪੀ ਦੇ ਵਿੱਚ ਤੇ ਉੱਤਰਾਖੰਡ ਦੇ ਵਿੱਚ ਗੰਨੇ ਦਾ ਸੀਜ਼ਨ ਹੈ, ਇਸ ਕਰਕੇ ਰਾਕੇਸ਼ ਟਕੈਤ ਹੋਰਾਂ ਨੇ ਇਹ ਫੈਸਲਾ ਲੈ ਲਿਆ ਸੀ। ਡਾਕਟਰ ਦਰਸ਼ਨਪਾਲ ਹੋਰਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ, ਤੰਤਰ ਵੱਡਾ ਨਹੀਂ ਹੁੰਦਾ। ਤੇ ਦੂਸਰੇ ਪਾਸੇ ਬੀਤੇ ਕਈ ਦਿਨਾਂ ਦੇ ਉੱਤੋਂ ਟਵਿੱਟਰ ਤੇ ਜੰਗ ਚੱਲ ਰਹੀ ਹੈ। ਤੁਸੀਂ ਦੇਖੋ ਕਿ ਇੱਕ ਜੰਗ ਇਸ ਵਕਤ ਚੱਲ ਰਹੀ ਹੈ ਸੜਕਾਂ ਤੇ, ਇੱਕ ਜੰਗ ਚੱਲ ਰਹੀ ਹੈ ਸੰਸਦ ਦੇ ਵਿੱਚ, ਇੱਕ ਜੰਗ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ।
ਸੋਸ਼ਲ ਮੀਡੀਆ ਦੇ ਉੱਤੇ ਖਾਸ ਕਰਕੇ ਟਵਿੱਟਰ ਦੇ ਉੱਤੇ ਲਗਭਗ 250 ਅਕਾਊਂਟ ਸਨ ਜਿਹੜੇ ਇਸ ਅੰਦੋਲਨ ਦੇ ਨਾਲ ਜੁੜੇ ਹੋਏ ਸਨ। ਬੀਤੇ ਦਿਨਾਂ ਦੇ ਵਿੱਚ ਉਹ ਮੁਅੱਤਲ ਕੀਤੇ ਗਏ, ਪਰ ਬਾਅਦ ਵਿੱਚ ਖਬਰਾਂ ਮਿਲੀਆਂ ਕਿ ਫਿਰ ਟਵਿੱਟਰ ਨੇ ਉਹਨਾਂ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਬਾਕੀ ਦੇ ਬਹਾਲ ਕਰ ਦਿੱਤੇ, 20 ਨਹੀਂ ਬਹਾਲ ਕੀਤੇ। ਉਹਦੇ ਤੋਂ ਬਾਅਦ ਕੇਂਦਰ ਸਰਕਾਰ ਨੇ ਦਬਕਾ ਮਾਰਿਆ ਟਵਿੱਟਰ ਨੂੰ ਕਿ ਤੁਸੀਂ ਜਿਹੜੀਆਂ ਸਾਡੇ ਨਾਲ ਸੰਧੀਆਂ ਕੀਤੀਆਂ ਹੋਈਆਂ ਨੇ ਉਸ ਮੁਤਾਬਕ ਤੁਹਾਨੂੰ ਇੰਡੀਆ ਦੇ ਵਿੱਚ ਕੰਮ ਕਰਨਾ ਪੈਣਾ ਹੈ। ਹੁਣ ਬਹੁਤ ਵੱਡੀ ਮੰਡੀ ਹੈ ਇਸ ਵਕਤ ਭਾਰਤ ਹਰ ਇੱਕ ਪੱਖ ਤੋਂ, ਖਾਸ ਕਰਕੇ ਸੋਸ਼ਲ ਮੀਡੀਆ ਲਈ ਵੀ, ਕਿਉਂਕਿ ਜੇ 130 ਕਰੋੜ ਲੋਕ ਰਹਿੰਦੇ ਨੇ ਉਹਨਾਂ ਚੋਂ ਕਿੰਨੇ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਆ। ਉਸ ਤਰ੍ਹਾਂ ਦੀ ਮੰਡੀ ਨੂੰ ਕੋਈ ਵੀ ਗਵਾਉਣਾ ਵੀ ਨਹੀਂ ਚਾਹੁੰਦਾ। ਮੈਂ ਬੀਤੇ ਦਿਨਾਂ ਵਿੱਚ ਵੀ ਜ਼ਿਕਰ ਕਰ ਰਿਹਾ ਸੀ ਕਿ ਟਵਿੱਟਰ ਛੇਤੀ ਦਬਣ ਵਾਲਾ ਨਹੀਂ। ਜੋ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿਹੜੇ ਉਸ ਵਕਤ ਰਾਸ਼ਟਰਪਤੀ ਸਨ, ਡੋਨਲਡ ਟਰੰਪ ਦਾ ਅਕਾਊਂਟ ਮੁਅੱਤਲ ਕਰ ਸਕਦਾ ਹੈ, ਫਿਰ ਆਮ ਲੋਕਾਂ ਦੇ ਉਹ ਟਵਿੱਟਰ ਅਕਾਊਂਟ ਮੁਅੱਤਲ ਵੀ ਕਰ ਸਕਦਾ ਤੇ ਕਿਸੇ ਸਰਕਾਰ ਦੇ ਦਾਅਵੇ ਹੇਠ ਵੀ ਨਹੀਂ ਆਉਣਾ। ਹੁਣ ਵੀ ਉਹਨਾਂ ਨੇ ਆਖ ਦਿੱਤਾ, ਕਹਿੰਦੇ ਇਹ ਨਹੀਂ, ਠੀਕ ਨੂੰ ਠੀਕ ਤੇ ਗਲਤ ਨੂੰ ਗਲਤ ਟਵਿੱਟਰ ਕਹਿੰਦਾ ਰਹੇਗਾ। ਇਹਦੇ ਤੋਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੰਡੀਆ ਗਵਰਨਮੈਂਟ ਤੇ ਟਵਿੱਟਰ ਦੇ ਵਿਚਕਾਰ ਖਿੱਚੋ ਤਾਣ ਵੱਧ ਸਕਦੀ ਹੈ, ਕਿਉਂਕਿ ਟਵਿੱਟਰ ਕਹਿੰਦਾ ਕਿ ਆਜ਼ਾਦੀ ਦੇ ਨਾਲ ਆਪਣੇ ਵਿਚਾਰ ਕੋਈ ਰੱਖ ਸਕਦਾ, ਪਰ ਉਹਦੇ ਵਿੱਚ ਉਕਸਾਹਟ ਤੇ ਉਹਦੇ ਵਿੱਚ ਭੜਕਾਹਟ ਨਹੀਂ ਹੋਣੀ ਚਾਹੀਦੀ। ਕਿਉਂਕਿ ਤੁਹਾਨੂੰ ਯਾਦ ਹੋਣਾ ਹੈ ਕਿ ਮਨਜੀਤ ਸਿੰਘ ਜੀਕੇ ਹੋਰਾਂ ਨੇ ਆਪਣੇ ਵਕੀਲ ਦੇ ਰਾਹੀਂ ਬੀਤੇ ਦਿਨੀ ਕੰਗਣਾ ਰਣੌਤ ਨੇ ਇੱਕ ਜਿਹੜਾ ਟਵੀਟ ਕੀਤਾ ਸੀ ਜਿਸ ਦੇ ਵਿੱਚ ਉਸਨੇ ਆਖ ਦਿੱਤਾ ਸੀ ਕਿ ਇਹ ਅੱਤਵਾਦੀ ਨੇ, ਇਹ ਟੈਰਰਿਸਟ ਨੇ। ਉਹਦੇ ਬਾਅਦ ਟਵਿੱਟਰ ਨੂੰ ਆਖਿਆ ਸੀ ਕਿ ਇਹਦਾ ਟਵਿੱਟਰ ਅਕਾਊਂਟ ਬੰਦ ਕਰੋ। ਟਵਿੱਟਰ ਨੇ ਕੰਗਣਾ ਦਾ ਟਵਿੱਟਰ ਅਕਾਊਂਟ ਬੰਦ ਨਹੀਂ ਕੀਤਾ, ਪਰ ਉਹਦਾ ਉਹ ਟਵੀਟ ਜ਼ਰੂਰ ਡਿਲੀਟ ਕਰ ਦਿੱਤਾ ਸੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਖਿੱਚੋਤਾਣ ਇੰਡੀਆ ਗਵਰਨਮੈਂਟ ਅਤੇ ਟਵਿੱਟਰ ਦੇ ਦਰਮਿਆਨ ਹੋਰ ਵਧੇ। ਸੋ ਦੋਸਤੋ, ਇਹ ਕੁਝ ਅੱਜ ਦੀਆਂ ਜਾਣਕਾਰੀਆਂ ਖਬਰਾਂ ਦੇ ਰੂਪ ਵਿੱਚ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਜੇਕਰ ਤੁਹਾਨੂੰ ਚੰਗੀਆਂ ਲੱਗੀਆਂ ਨੇ, ਕਿਰਪਾ ਕਰਕੇ ਲਾਈਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਵੇਖ ਤਾਂ ਰੋਜ਼ਾਨਾ ਲੈਂਦੇ ਹੋ ਪਰ ਸਬਸਕ੍ਰਾਈਬ ਨਹੀਂ ਕੀਤਾ, ਤਾਂ ਤੁਹਾਨੂੰ ਬੇਨਤੀ ਹੈ ਕਿ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਜ਼ਰੂਰ ਨੱਪ ਲੈਣੀ। ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਹੁਣ ਸਮੇਂ ਦੀ ਸਮਾਪਤੀ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।